ਭੂਰਿਆਂ ਵਾਲੇ ਰਾਜੇ ਕੀਤੇ ਭਾਗ ਸਤਵਾਂ। ਸ਼ਾਹੀ ਲਸ਼ਕਰ ਦਾ ਲੋਹਗੜ੍ਹ ਤੇ ਹਮਲਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਹੱਥ ਨਾ ਆਉਣਾ ਅਤੇ ਸ਼ਾਹੀ ਫੌਜ ਦਾ ਲੋਹਗੜ੍ਹ ਤੇ ਕਬਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਾਦਰ ਸ਼ਾਹ ਬੜੇ ਤਕੜੇ ਲਾਮ ਲਸ਼ਕਰ ਨਾਲ ਸਢੌਰੇ ਕੈਂਪ ਵਿੱਚ ਬੈਠਾ ਬੰਦਾ ਸਿੰਘ ਉੱਤੇ ਤੁਰੰਤ ਹਮਲੇ ਲਈ ਤਿਆਰੀਆਂ ਤੇ ਵਿਉਂਤਬੰਦੀ ਕਰ ਰਿਹਾ ਸੀ। ਹੋਰ ਸਮਾਂ ਗਵਾਏ ਤੋਂ ਬਿਨਾਂ ਉਹ ਬੰਦਾ ਸਿੰਘ ਦੇ ਸਿੰਘਾਂ ਤੇ ਟੁੱਟ ਪੈਣਾ ਚਾਹੁੰਦਾ ਸੀ ਤੇ ਸਬਸ ਨੂੰ ਫਨਾਹ ਦੇ ਘਾਟ ਉਤਾਰ ਦੇਣ ਲਈ ਉਤਾਵਲਾ ਸੀ। ਉਸ ਦੇ ਤੇ ਬੰਦਾ ਸਿੰਘ ਦੇ ਵਿਚਕਾਰ 27-28 ਕਿਲੋਮੀਟਰ ਦਾ ਫਾਸਲਾ ਸੀ। ਬੰਦਾ ਸਿੰਘ ਵੀ ਅਵੇਸਲਾ ਨਹੀਂ ਸੀ ਤੇ ਉਸਨੇ ਵੀ ਆਪਣੀ ਮੋਰਚਾਬੰਦੀ ਕੀਤੀ ਹੋਈ ਸੀ। ਸ਼ਾਹੀ ਟਿੱਡੀ ਦਲ ਦਾ ਉਸ ਤੇ ਜਾਂ ਸਿੰਘਾਂ ਦੇ ਮਨਾਂ ਤੇ ਕੋਈ ਅਸਰ ਨਹੀਂ ਸੀ। ਸਿਰਫ ਉਹਨਾਂ ਨੂੰ ਰਸਤ ਪਾਣੀ ਤੇ ਦਾਣੇ ਪੱਠੇ ਦੀ ਘਾਟ ਦੀ ਫਿਕਰ ਜ਼ਰੂਰ ਸੀ, ਜਿਸ ਦੀ ਅਗਵਾਈ ਹਿੰਦੁਸਤਾਨ ਦਾ ਬਾਦਸ਼ਾਹ ਆਪ ਕਰ ਰਿਹਾ ਹੈ। ਉਸ ਸ਼ਾਹੀ ਫੌਜ ਨਾਲ ਮੈਦਾਨ ਅੰਦਰ ਦੋ ਹੱਥ ਕਰਨ ਦੀ ਉਮੰਗ ਤੇ ਅਥਾਹ ਜੋਸ਼ ਖਾਲਸੇ ਦੇ ਸੀਨਿਆਂ ਅੰਦਰ ਸਮੁੰਦਰ ਵਾਂਗ ਉੱਬਲ ਉਛਲ ਰਿਹਾ ਸੀ। ਦੂਜੇ ਪਾਸੇ ਸ਼ਾਹੀ ਸੈਨਾ ਦੀ ਮਾਨਸਿਕ ਸਥਿਤੀ ਬੜੀ ਮੰਦੀ ਸੀ। ਕਾਫੀ ਖਾਨ ਲਿਖਦਾ ਹੈ ਕਿ ਸੈਨਾ ਇੱਕ ਵੱਡੋਂ ਬੰਦਾ ਸਿੰਘ ਤੇ ਸਿੱਖਾਂ ਵੱਲੋਂ ਬੜੀ ਭੈ ਭੀਤ ਸੀ ਤੇ ਸਾਰੇ ਲਸ਼ਕਰ ਵਿੱਚ ਖੌਫੋ ਹਰਾਸ ਛਾਇਆ ਹੋਇਆ ਸੀ। ਸਭ ਸਹਿਮੇ ਪਏ ਸਨ। ਇਰਵਿਨ ਦੱਸਦਾ ਹੈ, ਸੈਨਾ ਵਿੱਚ ਹਰ ਛੋਟੇ ਵੱਡੇ ਦੀ ਜ਼ੁਬਾਨ ਤੇ ਸੀ ਕਿ ਬੰਦਾ ਸਿੰਘ ਬੜਾ ਵੱਡਾ ਜਾਦੂਗਰ ਹੈ। ਉਸ ਜਾਦੂਗਰ ਨਾਲੋਂ ਵੀ ਕਿਤੇ ਵੱਡਾ, ਜਿਸ ਨੇ ਵਹਿੜ ਕੇ ਤੋਂ ਗੱਲਾਂ ਕਰਾ ਦਿੱਤੀਆਂ ਸਨ। ਉਹ ਆਪਣੇ ਵੱਲ ਆ ਰਹੀ ਗੋਲੀ ਨੂੰ ਪਛਾਣ ਚਲਾਉਣ ਵਾਲੇ ਵੱਲ ਵੀ ਮੋੜ ਸਕਦਾ, ਮੰਤਰ ਮਾਰ ਕੇ ਇਹੋ ਜਿਹੀ ਹਾਲਤ ਪੈਦਾ ਕਰ ਸਕਦਾ ਕਿ ਦੁਸ਼ਮਣ ਦੇ ਨੇਜਿਆਂ ਤਲਵਾਰਾਂ ਦਾ ਸਿੱਖਾਂ ਦੇ ਜਿਸਮਾਂ ਉੱਤੇ ਕੋਈ ਅਸਰ ਹੀ ਨਾ ਹੋਵੇ। ਇਹੋ ਜਿਹੀਆਂ ਬੇਸਿਰ ਪੈਰ ਦੀਆਂ ਅਫਵਾਹਾਂ ਨੇ ਬਾਦਸ਼ਾਹ ਦੇ ਅਮੀਰਾਂ, ਵਜ਼ੀਰਾਂ ਤੇ ਸੈਨਿਕਾਂ ਨੂੰ ਬੜਾ ਪਰੇਸ਼ਾਨ ਕੀਤਾ ਹੋਇਆ ਸੀ ਤੇ ਇੰਜ ਸਾਰੇ ਹੌਸਲਾ ਹਾਰੀ ਬੈਠੇ ਸਨ। ਦੂਜੇ ਪਾਸੇ ਸਿੱਖ ਬਹੁਤ ਹੀ ਚੜ੍ਹਦੀ ਕਲਾ ਵਿੱਚ ਸਨ। ਬੰਦਾ ਸਿੰਘ ਨੇ ਉਹਨਾਂ ਅੰਦਰ ਇਹ ਨਿਸ਼ਚਾ ਤੇ ਭਰੋਸਾ ਪੱਕਾ ਕੀਤਾ ਹੋਇਆ ਸੀ ਕਿ ਇਸ ਯੁੱਧ ਵਿੱਚ ਜੋ ਸ਼ਹੀਦੀਆਂ ਪ੍ਰਾਪਤ ਕਰਨਗੇ, ਵਾਹਿਗੁਰੂ ਉਹਨਾਂ ਦਾ ਹਲਤ ਪਲਤ ਸੰਵਾਰੇਗਾ, ਉਹ ਦਰਗਾਹੇ ਨਵਾਜੇ ਜਾਣਗੇ। ਸ਼ੇਰ ਦੇ ਘੁਰੇ ਤੱਕ ਤਾਂ ਸਾਰੇ ਬੜੇ ਚਾਅ ਤੇ ਜੋਸ਼ ਨਾਲ ਦਮਜ਼ਗੇ ਮਾਰਦੇ ਜਾ ਅਪੜੇ ਸਨ, ਪਰ ਹੁਣ ਅੱਗੇ ਵੱਧ ਕੇ ਕੌਣ ਸ਼ੇਰ ਨੂੰ ਵੰਗਾਰੇ ਤੇ ਮੌਤ ਸਹੇੜੇ। ਪਰ ਇੱਥੇ ਪਰਤ ਕੇ ਦੁਨੀਆ ਨੂੰ ਕੀ ਮੂੰਹ ਵਿਖਾ ਸਕਦੇ ਸਨ। ਸਥਿਤੀ ਇਹ ਬਣੀ ਹੋਈ ਸੀ ਕਿ ਸਾਰੇ ਦਿਲਾਂ ਵਿੱਚ ਦੁਆਈ ਕਰ ਰਹੇ ਸਨ ਕਿ ਅੱਲਾਹ ਪਾਕ ਜੋ ਰਹੀਮ ਤੇ ਕਰੀਮ ਵੀ ਹੈ, ਕੋਈ ਭਾਣਾ ਇਹੋ ਜਿਹਾ ਵਰਤਾ ਦੇਵੇ ਕਿ ਬਾਦਸ਼ਾਹ ਇਹ ਮੁਹਿੰਮ ਇੱਥੇ ਸਮਾਪਤ ਕਰਕੇ ਹਿੰਦੁਸਤਾਨ ਵਿੱਚ ਕਿਸੇ ਹੋਰ ਪਾਸੇ ਦੀ ਮੁਹਿੰਮ ਨੂੰ ਸਰ ਕਰਨ ਲਈ ਕੂਚ ਕਰ ਦੇਵੇ। ਬੰਦਾ ਸਿੰਘ ਤੇ ਉਸ ਦੇ ਸਿੰਘਾਂ ਦਾ ਸਾਹਮਣਾ ਨਾ ਹੀ ਕਰਨਾ ਪਵੇ। ਜੇ ਇਹ ਨਹੀਂ ਤਾਂ ਅੱਲਾ ਰਹਿਮ ਕਰੇ ਤੇ ਬੰਦਾ ਸਿੰਘ ਦੇ ਮਨ ਵਿੱਚ ਹੀ ਕੋਈ ਇਹੋ ਜਿਹਾ ਖਿਆਲ ਪਾ ਦੇਵੇ ਕਿ ਮੁਗਲਾਂ ਦੇ ਏਡੇ ਜਰਾ ਲਸ਼ਕਰ ਨੂੰ ਤੱਕ ਕੇ ਕਿਧਰੇ ਨਿਕਲ ਜਾਣ ਦਾ ਫੈਸਲਾ ਕਰ ਲਵੇ। ਉਸ ਦਾ ਕੀ ਮੁਕਾਬਲਾ ਹੈ ਏਡੇ ਵੱਡੇ ਦਲ ਨਾਲ। ਜਾਂ ਖੁਦਾ ਪਾ ਦੇ ਇਹ ਨੇਕ ਸਲਾਹ ਕਾਫਰਾਂ ਦੇ ਦਿਲ ਵਿੱਚ, ਜਾਂ ਮੌਲਾ ਕਰ ਰਹਿਮਤ ਆਪਣੇ ਮੋਮਨਾਂ ਤੇ। ਅਸੀਂ ਤਾਂ ਤੇਰੀ ਰਹਿਮਤ ਦਾ ਹੀ ਦਾਮਨ ਫੜੀ ਬੈਠੇ ਹਾਂ, ਪਰ ਵਿੱਚੋਂ ਹੀ ਕਈ ਕਹਿਣ ਕਿ ਇਹ ਬੜੀ ਹੱਠੀ ਤੇ ਸਿਰੜੀ ਕੌਮ ਹੈ। ਲਸ਼ਕਰ ਭਾਵੇਂ ਇਸ ਤੋਂ 10 ਗੁਣਾ ਹੋਰ ਵੀ ਆਣ ਰਲੇ, ਸਾਡੀ ਗਿਣਤੀ ਉਹਨਾਂ ਨੂੰ ਭੈ ਭੀਤ ਨਹੀਂ ਕਰ ਸਕਦੀ। ਲੜੇ ਮਰੇ ਤੋਂ ਬਿਨਾਂ ਇਹ ਪਿੜ ਛੱਡ ਜਾਣ, ਇਹ ਤਾਂ ਇਹਨਾਂ ਦੇ ਖੂਨ 'ਚ ਹੀ ਨਹੀਂ। ਪੁਰਜਾ ਪੁਰਜਾ ਕੱਟ ਮਰਨਗੇ ਮੈਦਾਨ ਵਿੱਚ, ਰਣੋਂ ਹਿੱਲਣਗੇ ਨਹੀਂ। ਅਤਾ ਮੁਹੰਮਦਾ ਬਾਦਸ਼ਾਹ ਦਾ ਕੁਝ ਨਹੀਂ ਵਿਗੜਨਾ, ਸਾਹਿਬਜ਼ਾਦਿਆਂ ਨੂੰ ਤੱਤੀ ਵਾਹ ਨਹੀਂ ਲੱਗਣੀ। ਅਮੀਰਾਂ ਵਜ਼ੀਰਾਂ ਵੀ ਲਗਭਗ ਬਚ ਹੀ ਨਿਕਲਣਾ ਹੈ, ਪਰ ਮੂੰਹ ਅੱਡੀ ਕਬਰਾਂ ਤਾਂ ਸਾਨੂੰ ਹੀ ਉਡੀਕਦੀਆਂ ਹਨ। ਸਾਡੇ ਭਾ ਦੀ ਕਿਆਮਤ ਤਾਂ ਸਿਰ ਤੇ ਆਈ ਖੜੀ ਹੈ। ਕਮਾਂਡਰਾਂ ਨਾਲ ਸਲਾਹ ਕਰਕੇ ਬਾਦਸ਼ਾਹ ਨੇ ਫੌਜ ਦਾ ਬੜਾ ਤਕੜਾ ਹਿੱਸਾ ਰੁਸਤਮ ਦਿਲ ਖਾਨ ਦੀ ਕਮਾਨ ਵਿੱਚ ਸਢੌਰਿਓਂ ਅੱਗੇ ਲੋਹਗੜ੍ਹ ਮੁਗਲਸਗੜ੍ਹ ਨੂੰ ਰਵਾਨਾ ਕੀਤਾ, ਤਾਂ ਕਿ ਉਹ ਬੰਦਾ ਸਿੰਘ ਦੀ ਮੋਰਚਾਬੰਦੀ ਦੀ ਸੂਹ ਕੱਢੇ ਤੇ ਡਿੱਠ ਵੇਖੇ
ਜੋ ਹਮਲੇ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦੀ ਹੈ। ਇਹ ਫੌਜ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਢੌਰਿਆਂ 2 ਕੋਹ ਹੀ ਅੱਗੇ ਗਈ ਹੋਵੇਗੀ ਕਿ ਸਿੱਖ ਅਸਮਾਨੀ ਬਿਜਲੀ ਵਾਂਗ ਵਧੀ ਆ ਰਹੀ ਫੌਜ ਤੇ ਟੁੱਟ ਪਏ। ਇਹ ਹਮਲਾ ਇੰਨਾ ਅਚਨਚੇਤ ਤੇ ਤੇਜ਼ੀ ਨਾਲ ਹੋਇਆ ਸੀ ਕਿ ਮੂਹਰਲੇ ਦਸਤੇ ਤਾਂ ਪਲ ਭਰ ਵਿੱਚ ਹੀ ਗਾਜਰ ਮੂਲੀ ਵਾਂਗ ਕੱਟ ਕੇ ਸੁੱਟ ਦਿੱਤੇ ਗਏ। ਮਰਕਜ਼ੀ ਹਿੱਸੇ ਵਿੱਚ ਵੀ ਭਗਦੜ ਮਚ ਗਈ। ਤੀਰਾਂ ਦੀ ਸਰੜ ਸਰੜ ਤੇ ਰਾਮ ਜੰਗਿਆਂ ਦੀ ਠਾਹ ਠਾਹ ਨੇ ਫੜ ਲੋ ਮਾਰ ਲੋ ਜਾਨ ਨੂੰ ਸੁੱਕੇ ਦਿਆਂ ਲਲਕਾਰਿਆਂ ਨਾਲ ਰਲ ਕੇ ਗਾਜ਼ੀਆਂ ਦੇ ਸਹਿਮ ਤੇ ਖੌਫ ਨੂੰ ਦੁੱਗਣਾ ਕਰ ਦਿੱਤਾ। ਜ਼ਖਮੀਆਂ ਦੀ ਹਾਲ ਪਾਰਿਆ ਭਿਆਨਕ ਦ੍ਰਿਸ਼ ਨੂੰ ਹੋਰ ਵਧੇਰੇ ਭਿਆਨਕ ਬਣਾ ਰਹੀ ਸੀ। ਸਿੱਖਾਂ ਦੇ ਹੱਥੋਂ ਨੇਜ਼ੇ, ਤਲਵਾਰਾਂ, ਤੀਰ, ਰਾਮ ਜੰਗੇ ਚੱਲਦੇ ਵੇਖ ਕੇ ਉਹਨਾਂ ਦਾ ਗਾਜ਼ੀਆਂ ਦੇ ਦਿਲਾਂ ਵਿੱਚ ਬੈਠਾ ਭੈ ਹੋਰ ਪੱਕਾ ਹੋ ਗਿਆ। ਕਈਆਂ ਭੱਜ ਕੇ ਜਾਨਾਂ ਬਚਾਈਆਂ। ਸਿੰਘ ਕਈ ਦਿਨਾਂ ਦੇ ਮੋਰਚਿਆਂ ਅੰਦਰ ਬੈਠੇ ਇਸੇ ਸੁਲੱਖਣੀ ਘੜੀ ਨੂੰ ਬੇਤਾਬੀ ਨਾਲ ਉਡੀਕ ਰਹੇ ਸਨ। ਹਰ ਕੋਈ ਦਿਲ ਦੀਆਂ ਸਦਰਾਂ ਪੂਰੀਆਂ ਕਰਨਾ ਚਾਹੁੰਦਾ ਸੀ। ਤਲਵਾਰਾਂ ਦੀ ਫਰਨ ਫਰਨ ਤੇ ਨੇਜ਼ਿਆਂ ਦੀਆਂ ਝੜਪਾਂ ਨੇ ਆਪਣਾ ਅਨੋਖਾ ਹੀ ਰੰਗ ਬੱਧਾ ਹੋਇਆ ਸੀ। ਸਿੰਘ ਤੇਗਾਂ ਤੇ ਨੇਜ਼ਿਆਂ ਦੀ ਲੜਾਈ ਨੂੰ ਅਸਲ ਲੜਾਈ ਸਮਝਦੇ ਸਨ। ਇਸ ਨਾਲ ਹੀ ਦੋਹੀਂ ਪਾਸੀਂ ਸੂਰਮੇ ਆਪਣੇ ਆਪਣੇ ਜ਼ੋਰ ਵਿਖਾ ਸਕਦੇ ਸਨ। ਬੰਦੂਕਾਂ ਤਾਂ ਦੂਰੋਂ ਸਾਰੇ ਹੀ ਚਲਾ ਲੈਂਦੇ ਹਨ, ਪਰ ਮਰਦਾਨਗੀ ਦਾ ਪਤਾ ਤਾਂ ਉਦੋਂ ਲੱਗਦਾ ਜਦ ਦੋਵੇਂ ਧਿਰਾਂ ਮੱਥੇ ਜੋੜ ਕੇ ਭਿੜਨ ਤੇ ਇੱਕ ਦੂਜੇ ਤੇ ਉੱਤੋਂ ਦੀ ਬਾਜ਼ੀ ਮਾਰਨ। ਮੁਗਲ ਫੌਜ ਦਾ ਬਹੁਤ ਬੁਰਾ ਹਾਲ ਹੋ ਰਿਹਾ ਸੀ। ਉਸ ਦੇ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਢੌਰੇ ਦੇ ਇੰਨੇ ਲਾਗੇ ਸਿੰਘਾਂ ਹੱਥੋਂ ਉਹਨਾਂ ਦੀ ਇਹ ਦੁਰਦਸ਼ਾ ਹੋਵੇਗੀ। ਰੁਸਤਮ ਦਿਲ ਖਾਂ ਦੀ ਫੌਜ ਦੀ ਜੋ ਹਾਲਤ ਹੋ ਚੁੱਕੀ ਸੀ ਤੇ ਹੋ ਰਹੀ ਸੀ, ਉਸ ਬਾਰੇ ਕਾਫੀ ਖਾਂ ਜ਼ਿਕਰ ਕਰਦਾ ਹੈ। ਇਹ ਮੇਰੇ ਲਈ ਬਿਲਕੁਲ ਅਸੰਭਵ ਹੈ ਕਿ ਇਸ ਲੜਾਈ ਵਿੱਚ ਜੋ ਵਾਪਰਿਆ ਮੈਂ ਉਸ ਦਾ ਵਰਣਨ ਕਰ ਸਕਾਂ। ਫਕੀਰੀ ਭੇਸ ਵਾਲਿਆਂ ਸਿੱਖਾਂ ਨੇ ਸ਼ਾਹੀ ਫੌਜ ਦਾ ਤਰਾਹ ਕੱਢ ਸੁੱਟਿਆ ਸੀ। ਉਹ ਅਤਿਅੰਤ ਭੈ ਭੀਤ ਹੋ ਚੁੱਕੀ ਸੀ। ਹੁਣ ਤੱਕ ਜਿੰਨੀ ਗਿਣਤੀ ਵਿੱਚ ਸ਼ਾਹੀ ਸੈਨਾ ਮਰ ਚੁੱਕੀ ਸੀ ਤੇ ਜਿਸ ਤੇਜ਼ੀ ਨਾਲ ਪਲੋ ਪਲੀ ਸਿੱਖਾਂ ਹੱਥੋਂ ਮਰਦੀ ਜਾ ਰਹੀ ਸੀ ਤੇ ਮੁਰਦੇ ਤੇ ਮੁਰਦਾ ਇੰਜ ਚੜ ਰਿਹਾ ਸੀ ਕਿ ਪਲ ਕੋ ਲਈ ਤਾਂ ਇਵੇਂ ਦਿਸਿਆ ਕਿ ਫੌਜ ਫਨਾਹ ਹੋਈ ਕਿ ਹੋਈ। ਚੁਫੇਰੇ ਮੌਤ ਨੱਚ ਰਹੀ ਸੀ ਤੇ ਲਾਸ਼ਾਂ ਦੇ ਢੇਰ ਲੱਗ ਚੁੱਕੇ ਸਨ। ਫਿਰੋਜ਼ ਖਾਨ ਮਵਾਤੀ ਦਾ ਭਤੀਜਾ ਮਾਰਿਆ ਗਿਆ ਤੇ ਉਸ ਦਾ ਪੁੱਤ ਘਾਇਲ ਹੋ ਚੁੱਕਾ ਸੀ। ਸਿੱਖਾਂ ਦਾ ਨੁਕਸਾਨ ਵੀ ਲੜਾਈ ਵਿੱਚ ਹੋਇਆ। 1500 ਸਿੰਘ ਮੈਦਾਨ ਵਿੱਚ ਰਹੇ। 2 ਵੱਡੇ ਸਰਦਾਰ ਮਾਰੇ ਗਏ। ਦੂਜੇ ਪਾਸੇ ਜਾਨੀ ਨੁਕਸਾਨ ਦੀ ਗਿਣਤੀ ਦੇਣੋਂ ਕਾਫੀ ਖਾਨ ਨੇ ਸੰਕੋਚ ਹੀ ਕੀਤਾ ਹੈ, ਪਰ ਫਿਰ ਵੀ ਉਸ ਦੇ ਸ਼ਬਦਾਂ ਤੋਂ ਬਹੁਤ ਕੁਝ ਮਾਲੂਮ ਹੁੰਦਾ ਹੈ। ਸਰਕਾਰਾਂ ਆਪਣਾ ਨੁਕਸਾਨ ਹੋਇਆ ਨਹੀਂ ਦੱਸਿਆ ਕਰਦੀਆਂ। ਹਮੇਸ਼ਾ ਦੁਸ਼ਮਣ ਦਾ ਨੁਕਸਾਨ ਬਹੁਤ ਵਧਾ ਚੜਾ ਕੇ ਦੱਸਿਆ ਜਾਂਦਾ ਹੈ। ਆਪਣੇ ਅਸਲ ਨੁਕਸਾਨ ਦਾ ਵੇਰਵਾ ਦਿੰਦਿਆਂ ਹੀਣਤਾ ਆਉਂਦੀ ਹੈ। ਰਿਆਇਆ ਦੀਆਂ ਅੱਖਾਂ ਵਿੱਚ ਜਾਹੋ ਜਲਾਲ ਫਿੱਕਾ ਪੈਂਦਾ ਹੈ। ਰੋਬ ਤੇ ਦਬਾਅ ਘਟਦਾ ਹੈ। ਦੁਸ਼ਮਣ ਦੇ ਨੁਕਸਾਨ ਨੂੰ ਕਈ ਗੁਣਾ ਦੱਸਦਿਆਂ ਉਤਲੀਆਂ ਸਾਰੀਆਂ ਚੀਜ਼ਾਂ ਵੱਧਦੀਆਂ ਹਨ। ਲੋਕਾਂ ਕੋਲ ਇੰਨੇ ਵਸੀਲੇ ਕਿੱਥੋਂ ਕਿ ਹਕੀਕਤ ਨੂੰ ਜਾ ਕੇ ਵੇਖ ਸਕਣ ਜਾਂ ਪਿੱਛੋਂ ਉਸ ਦੀ ਘੋਖ ਪੜਤਾਲ ਕਰ ਸਕਣ। ਪਰ ਫਿਰ ਵੀ ਸਮਾਂ ਪਾ ਕੇ ਸਚਾਈ ਲੇਪਾ ਪੋਚੀ ਦੇ ਪਾਏ ਪਰਦੇ ਪਾੜ ਕੇ ਬਾਹਰ ਆ ਜਾਂਦੀ ਹੈ। ਜੋ ਕਸਰ ਰਹਿ ਜਾਵੇ ਨਿਰਪੱਖ ਤੇ ਚਤੁਰ ਇਤਿਹਾਸਕਾਰ ਘੋਖ ਕੇ ਕੱਢ ਲੈਂਦੇ ਹਨ। ਅੰਤ ਅਗਲਿਆਂ ਪਤਾ ਲਾ ਹੀ ਲਿਆ ਕਿ 5 ਫੌਜਦਾਰ ਵੀ ਮਾਰੇ ਗਏ ਸਨ। ਦਸੰਬਰ ਦਾ ਮਹੀਨਾ ਸੀ। 4 ਦਿਨ ਖੂਬ ਬਾਰਿਸ਼ ਹੋਈ। ਪਹਾੜ ਦਾ ਲਾਗਾ ਠੰਡ ਬਹੁਤ ਵੱਧ ਗਈ। ਹਜ਼ਾਰਾਂ ਸੈਨਿਕ ਬਿਮਾਰ ਪੈ ਗਏ। ਬੇਸ਼ੁਮਾਰ ਘੋੜੇ, ਖੱਚਰਾਂ ਤੇ ਊਠ ਮਰ ਗਏ। ਥਾਂ ਥਾਂ ਪਈਆਂ ਲਾਸ਼ਾਂ ਸੜ ਰਹੀਆਂ ਸਨ। ਇੰਨੀ ਬਦਬੂ ਫੈਲ ਗਈ ਕਿ ਨੱਕ ਨਾ ਦਿੱਤਾ ਜਾਵੇ। ਬੰਦਿਆਂ ਦਾ ਇੱਥੇ ਟਿਕੇ ਰਹਿਣਾ ਬਹੁਤ ਔਖਾ ਸੀ। ਇਸ ਮੁਸੀਬਤ ਦੇ ਮੂੰਹ ਆਈਆਂ ਸ਼ਾਹੀ ਫੌਜਾਂ ਬਿਲ ਬਲਾ ਉਠੀਆਂ। ਇਹ ਨਰਕ ਵਰਗੀ ਮੁਸੀਬਤ ਭੋਗਦੀ ਹੋਈ ਸੈਨਾ ਕਹਿੰਦੀ ਸੀ ਕਿ ਇਹ ਅਜ਼ਾਬ ਬੰਦਾ ਸਿੰਘ ਨੇ ਹੀ ਆਪਣੀ ਸ਼ਕਤੀ ਤੇ ਕਰਾਮਾਤ ਨਾਲ ਸਾਡੇ ਸਿਰ ਸੁੱਟਿਆ ਹੈ। ਰੁਸਤਮ ਦਿਲ ਖਾਂ ਪਹਿਲੇ ਦਿਨ ਬੜੀ ਮੁਸ਼ਕਲ ਨਾਲ ਪਈ ਭਗਦੜ ਨੂੰ ਸੰਭਾਲ ਸਕਿਆ। ਇਹ ਰਾਤ ਮੁਗਲਾਂ ਨੇ ਅੱਗ ਬਾਲ ਕੇ ਕੱਟੀ ਤੇ ਉੱਚੀ ਉੱਚੀ ਇੱਕ ਦੂਜੇ ਨੂੰ ਕੂਕਾਂ ਮਾਰਦੇ ਰਹੇ, ਜਿਸ ਨਾਲ ਆਪਸੀ ਦਿਲਾਂ ਨੂੰ ਢਾਰਸ ਮਿਲਦੀ ਰਹੇ। ਤੇ ਜੇ ਸਿੱਖ ਰਾਤ ਨੂੰ ਸ਼ਬ ਖੂਨ ਮਾਰਨ ਤਾਂ ਭਗਦੜ ਨਾ ਮੱਚੇ।
ਜੰਗ ਸਮੇਂ ਅੱਲਾ ਮੀਆਂ ਆਪਣੇ ਮੂਮਨਾਂ ਦੀ ਕਿਵੇਂ ਗੈਬੀ ਤੌਰ ਤੇ ਫਰਿਸ਼ਤਿਆਂ ਰਾਹੀਂ ਸਹਾਇਤਾ ਕਰਦਾ ਹੈ ਦੇ ਲਾਰੇ ਲਾ ਲਾ ਗਾਜ਼ੀਆਂ ਦੇ ਦਿਲ ਵਧਾਉਣ ਲਈ ਮੁਲਾਣੇ ਵੀ ਹਨੇਰੇ ਵਿੱਚ ਅੱਗੇ ਨਾ ਆਏ। ਹਰ ਕੋਈ ਇਹੋ ਸਮਝਦਾ ਸੀ ਕਿ ਹਨੇਰੇ ਦਾ ਲਾਭ ਲੈ ਕੇ ਨਜ਼ਦੀਕ ਢੁੱਕੇ ਸਿੱਖ ਦੀ ਗੋਲੀ ਜਾਂ ਨੇਜਾ ਮੇਰੀ ਹਿੱਕ ਵਿੱਚ ਆਇਆ ਕਿ ਆਇਆ। ਮਾੜੀ ਜੀ ਸਰਸਰਾਹਟ ਨੇ ਕਈਆਂ ਦੇ ਵਾਲ ਕੱਢ ਛੱਡੇ ਸਨ। ਰਾਤ ਭਰ ਕਿਸੇ ਨੇ ਅੱਖਾਂ ਨਾ ਚਮਕੀਆਂ। ਰੁਸਤਮ ਦਿਲ ਖਾਨ ਦੀ ਸਹਾਇਤਾ ਲਈ ਬਾਦਸ਼ਾਹ ਨੇ ਇੱਕ ਹੋਰ ਤਗੜੀ ਫੌਜ ਆਪਣੇ ਪੁੱਤ ਸਹਿਜ਼ਾਦਾ ਰਫੀ ਉਸ਼ਾਨ ਦੀ ਸਰਦਾਰੀ ਵਿੱਚ ਰਵਾਨਾ ਕੀਤੀ। ਤਜ਼ਕਰਾ ਉਲ ਸੁਲਾਤੀਨ ਚੋਗਤੀਆ ਦਾ ਕਰਤਾ ਕਰਮ ਖਾਂ, ਜੋ ਇੱਕ ਫੌਜੀ ਟੁਕੜੀ ਵਿੱਚ ਸ਼ਾਮਲ ਸੀ, ਅੱਖੀਂ ਡਿੱਠਾ ਹਾਲ ਇਸ ਪ੍ਰਕਾਰ ਲਿਖਦਾ ਹੈ। ਇਹ ਨਾ ਚੀਜ਼ ਬੰਦਾ ਉਸ ਸਮੇਂ ਸਹਿਜ਼ਾਦਾ ਰਫੀ ਉਸ਼ਾਨ ਦੀ ਫੌਜ ਵਿੱਚ ਸ਼ਾਮਲ ਸੀ ਤੇ ਮੈਂ ਆਪਣੀ ਅੱਖੀਂ ਤੱਕਿਆ ਸੀ ਕਿ ਕਿਵੇਂ ਹਰ ਇੱਕ ਮਰਦੂਦ ਸਿੱਖ ਆਪਣੇ ਮੋਰਚੇ ਤੋਂ ਬਾਹਰ ਨਿਕਲ ਆਇਆ ਤੇ ਸ਼ਾਹੀ ਫੌਜ ਨੂੰ ਵੰਗਾਰਨ ਲੱਗ ਪਿਆ। ਬੜੀ ਸਖਤ ਦੁਵੱਲੀ ਤਲਵਾਰ ਚੱਲੀ, ਬੜਾ ਵੱਡਾ ਮਾਰਕਾ ਪੇਸ਼ ਆਇਆ। ਸਿੱਖ ਜੀ ਤੋੜ ਕੇ ਲੜਿਆ ਅਤੇ ਗਾਜ਼ੀਆਂ ਦੀਆਂ ਤਲਵਾਰਾਂ ਕੱਟ ਕੇ ਧਰ ਦਿੱਤਾ। ਬਾਦਸ਼ਾਹ ਆਪਣੀ ਫੌਜ ਦੀ ਨਿੱਕੀ ਜਿਹੀ ਜਿੱਤ ਸੁਣ ਕੇ ਬੜਾ ਹੀ ਪ੍ਰਸੰਨ ਹੋਇਆ। ਖੁਸ਼ੀ ਤਾਂ ਇਹ ਸੀ ਕਿ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਉਸ ਦੀ ਫੌਜ ਸਾਹਸ ਵਿਖਾ ਸਕਦੀ ਤੇ ਕਾਮਯਾਬੀ ਵੀ ਹਾਸਲ ਕਰ ਸਕਦੀ। ਰੁਸਤਮ ਦਿਲ ਖਾਨ ਨੂੰ 4 ਹਜ਼ਾਰੀ ਦਾ ਮਨਸਬ ਬਖਸ਼ਿਆ ਤੇ 3000 ਸਵਾਰ ਉਸ ਦੇ ਅਧੀਨ ਕੀਤੇ ਗਏ। ਇਸ ਦੇ ਨਾਲ ਹੀ ਉਸ ਨੂੰ ਗਾਜ਼ੀ ਖਾਨ ਰੁਸਤਮੇ ਜੰਗ ਦਾ ਖਿਤਾਬ ਬਖਸ਼ਿਆ ਗਿਆ। ਰੁਸਤਮ ਦਿਲ ਖਾਨ ਦਾ ਕੁਝ ਹੌਸਲਾ ਵਧਿਆ। ਨਾਲ ਸੱਜਰ ਸ਼ਾਹ ਫੌਜ ਦਾ ਤਕੜਾ ਹਿੱਸਾ ਸੀ। ਹੋਰ ਅੱਗੇ ਵਧਣ ਦਾ ਹੁਕਮ ਹੋਇਆ। ਰੁਸਤਮ ਦਿਲ ਖਾਨ ਹੁਣ ਬੜੀ ਇhtiyਾਤ ਨਾਲ 2 ਕੋਹ ਹੋਰ ਅੱਗੇ ਵਧਿਆ ਤੇ ਫਿਰ ਸੋਮ ਨਦੀ ਦੇ ਕੰਢੇ ਤੱਕ ਜਾ ਪੜਿਆ। ਇਸ ਕੰਢੇ ਤੋਂ ਲੋਹਗੜ੍ਹ ਦਾ ਕਿਲਾ ਸਾਫ਼ ਦਿਖਾਈ ਦਿੰਦਾ ਸੀ। ਇਹ ਕਿਲਾ ਕੋਈ ਬਹੁਤੀ ਵੱਡੀ ਇਮਾਰਤ ਨਹੀਂ ਸੀ, ਪਹਾੜ ਦੀ ਇੱਕ ਚੋਟੀ ਤੇ ਬਣਿਆ ਹੋਇਆ ਸੀ। ਸੋਮ ਨਦੀ ਇੱਕ ਬਹੁਤ ਹੀ ਚੌੜਾ ਬਰਸਾਤੀ ਨਾਲਾ ਹੈ ਜੋ ਸਾਲ ਦਾ ਬਹੁਤਾ ਹਿੱਸਾ ਸੁੱਕਾ ਰਹਿੰਦਾ ਹੈ ਤੇ ਬਰਸਾਤ ਵਿੱਚ ਜਾਂ ਦੂਜੇ ਮੌਸਮ ਵਿੱਚ ਜਦੋਂ ਵਰਖਾ ਹੋ ਜਾਵੇ ਤਦ ਬੜੇ ਜ਼ੋਰ ਨਾਲ ਚੱਲਦਾ ਹੈ। ਇਹ ਨਦੀ ਸ਼ਾਹੀ ਲਸ਼ਕਰ ਵਾਸਤੇ ਕੋਈ ਰੋਕ ਨਹੀਂ ਸੀ। ਰੋਕ ਸਿਰਫ ਬੰਦਾ ਸਿੰਘ ਬਹਾਦਰ ਦਾ ਖੌਫ ਸੀ। ਸੋਮ ਨਦੀ ਤੇ ਲੋਹਗੜ੍ਹ ਕਿਲੇ ਦੇ ਵਿਚਕਾਰ ਬੜਾ ਸੰਘਣਾ ਜੰਗਲ ਸੀ। ਰਾਤ ਦੇ ਸਮੇਂ ਇਸ ਜੰਗਲ ਚੋਂ ਬੜੀਆਂ ਭੈ ਭੀਤ ਕਰਨ ਵਾਲੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਕਿਸੇ ਦਾ ਹੌਸਲਾ ਨਹੀਂ ਸੀ ਪੈਂਦਾ ਕਿ ਦਿਨੇ ਵੀ ਇਕੱਲਾ ਦੁਕੱਲਾ ਦੂਜੇ ਕੰਢੇ ਵੱਲ ਜਾਣ ਦੀ ਸੋਚ ਸਕੇ। ਬਾਦਸ਼ਾਹ ਦਾ ਡੇਰਾ ਸਢੌਰਿਓਂ ਚੱਲ ਕੇ 9 ਦਸੰਬਰ 1710 ਨੂੰ ਸੋਮ ਨਦੀ ਦੇ ਸੱਜੇ ਕੰਢੇ ਭਾਵ ਦੱਖਣੀ ਕੰਢੇ ਲਾਗੇ ਪੁੱਜਾ। ਸ਼ਾਹੀ ਕੰਪੂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਮੁਨੀਅਮ ਖਾਂ ਤੇ ਉਸ ਦੇ ਪੁੱਤਰ ਮੁਹਾਬਤ ਖਾਂ ਨੂੰ ਸੌਂਪੀ ਗਈ। ਬੁੱਢਾ ਬਾਦਸ਼ਾਹ ਸਾਹਮਣੇ ਕਿਲੇ ਵਿੱਚ ਬੈਠੇ ਬੰਦਾ ਸਿੰਘ ਤੇ ਉਸ ਦੀ ਮੋਰਚਾਬੰਦੀ ਨੂੰ ਤੱਕ ਕੇ ਝੁੰਝਲਾ ਰਿਹਾ ਸੀ, ਪਰ ਅਜੇ ਪੇਸ਼ ਕੋਈ ਨਹੀਂ ਸੀ ਜਾ ਰਹੀ। ਅਗਲੇ ਦਿਨ 10 ਦਸੰਬਰ ਨੂੰ ਬਾਦਸ਼ਾਹ ਦੇ ਹੁਕਮ ਨਾਲ 60,000 ਚੋਣਵੀਆਂ ਜਰਾ ਫੌਜ ਸਫਬੰਦੀ ਚਫੇਰਿਓਂ ਘੇਰਨ ਲਈ ਅੱਗੇ ਵਧੀ। ਵਜ਼ੀਰ ਮੁਨੀਅਮ ਖਾਨ, ਉਸ ਦਾ ਪੁੱਤਰ ਮੁਹਾਬਤ ਖਾਂ ਚਤੁਰਸਾਲ ਬੰਦੇਲਾ ਦੇ ਮਾਤਹਿਤ ਸੱਜੇ ਹੱਥ ਵਾਲੀ ਫੌਜ ਸੀ। ਉਦੈਤ ਸਿੰਘ ਬੰਦੇਲਾ ਤੇ ਚੂੜਾਮਣ ਜਾੜ ਦੀ ਕਮਾਨ ਥੱਲੇ ਖੱਬੇ ਬਾਜੂ ਦੀ ਸੈਨਾ ਸੀ। ਐਨ ਕਿਲੇ ਨੂੰ ਸਾਹਮਣੀ ਤੇ ਮਰਕਜ਼ ਵਾਲੀ ਫੌਜ ਦਾ ਮੁਖੀ ਰੁਸਤਮ ਦਿਲ ਖਾਂ ਆਪ ਸੀ। ਸਿੱਖਾਂ ਨੇ ਆਪਣੇ ਵੱਲ ਆਉਂਦੀ ਹੋਈ ਫੌਜ ਨੂੰ ਬੜੇ ਠਰੰਮੇ ਨਾਲ ਵੇਖਿਆ ਤੇ ਕੋਈ ਐਸੀ ਹਰਕਤ ਨਹੀਂ ਕੀਤੀ ਜਿਸ ਨਾਲ ਦੁਸ਼ਮਣ ਨੂੰ ਉਹਨਾਂ ਦੀਆਂ ਪੋਜੀਸ਼ਨਾਂ ਦਾ ਪਤਾ ਲੱਗ ਸਕੇ। ਜਦ ਫੌਜ ਸਿੱਖਾਂ ਦੀਆਂ ਤੋਪਾਂ ਦੀ ਮਾਰ ਥੱਲੇ ਆ ਗਈ ਤਾਂ ਉਹਨਾਂ ਤੋਪਾਂ ਦਾਗੀਆਂ ਤੇ ਵਧ ਰਹੀ ਫੌਜ ਉੱਤੇ ਅੱਗ ਵਰਨੀ ਸ਼ੁਰੂ ਹੋ ਗਈ। ਸ਼ਾਹੀ ਫੌਜ ਆਪਣਾ ਕਾਫੀ ਨੁਕਸਾਨ ਕਰਵਾ ਕੇ ਅੱਗੇ ਵਧਦੀ ਗਈ ਤੇ ਪਹਾੜਾਂ ਦੇ ਪੈਰਾਂ ਵਿੱਚ ਬਣੇ ਮੋਰਚਿਆਂ ਵਿੱਚ ਦਾਖਲ ਹੋ ਗਈ। ਮੋਰਚਿਆਂ 'ਚ ਵੈਰੀ ਨੂੰ ਪਿਛਾਂਹ ਧੱਕਣ ਲਈ ਸਿੰਘ ਜੀ ਤੋੜ ਕੇ ਲੜੇ। ਮੋਰਚੇ ਲਾਸ਼ਾਂ ਨਾਲ ਅੱਟ ਗਏ, ਪਰ ਬੇਬਹਾ ਗਿਣਤੀ ਦੇ ਸਾਹਮਣੇ ਸਿੱਖਾਂ ਦੀ ਕੋਈ ਪੇਸ਼ ਨਾ ਗਈ। ਉਹਨਾਂ ਦੇ ਪੈਰ ਉਖੜ ਗਏ। ਹੇਠਲੇ ਮੋਰਚੇ ਛੱਡ ਕੇ ਉਤਲੇ ਮੋਰਚੇ ਵਿੱਚ ਜਾ ਬੈਠੇ ਤੇ ਕਾਫੀ ਦੇਰ ਤੱਕ ਫੌਜ ਨੂੰ ਰੋਕੀ ਰੱਖਿਆ। ਜੋ ਅੱਗੇ ਵੱਧਦਾ ਜਾਨ ਤੋਂ ਹੱਥ ਧੋ ਲੈਂਦਾ।
ਪਰ ਗੱਲ ਫੇਰ ਉਹ ਲਾਤਾਦਾਦ ਗਿਣਤੀ ਵਾਲੀ। ਸ਼ਾਹੀ ਸੈਨਾ ਦਾ ਕੱਸ ਪੈ ਗਿਆ ਤੇ ਜੋ ਸਿੰਘ ਬਚੇ ਉਹ ਤਾਂ ਪਹਾੜੀ ਤੇ ਜਾ ਚੜੇ। ਖਾਫੀ ਖਾਨ ਦੱਸਦਾ ਹੈ ਕਿ ਮੁਸਲਮਾਨ ਵੀ ਬੜੀ ਵੱਡੀ ਗਿਣਤੀ ਵਿੱਚ ਮਾਰੇ ਗਏ। ਬਾਦਸ਼ਾਹ ਨੇ ਜਦ ਸੁਣਿਆ ਕਿ ਕਿਸੇ ਹੱਦ ਤੱਕ ਕਾਮਯਾਬੀ ਤਾਂ ਹੋਈ ਹੈ, ਪਰ ਹੈਦਰੀ ਝੰਡਾ ਅਜੇ ਕਿਲੇ ਤੇ ਨਹੀਂ ਝੂਲ ਸਕਿਆ। ਬੰਦਾ ਸਿੰਘ ਅਜੇ ਵੀ ਕਿਲੇ ਵਿੱਚ ਬੈਠਾ ਸਾਰੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਵੰਗਾਰ ਰਿਹਾ ਹੈ। ਸਾਰੇ ਕੈਂਪ ਵਿੱਚ ਇਹ ਬੜੇ ਵੱਡੇ ਮਾਤਮ ਦੀ ਰਾਤ ਸੀ। ਜਿਵੇਂ ਪਹਿਲਾਂ ਵੀ ਦੱਸਿਆ ਹੈ, ਲੋਹਗੜ੍ਹ ਦਾ ਕਿਲਾ ਤਾਂ ਇੱਕ ਨਾਮ ਤਰੀਕ ਹੀ ਛੋਟੀ ਜੀ ਗੜੀ ਵਰਗੀ ਇਮਾਰਤ ਸੀ। ਸ਼ਾਹਜਹਾਨ ਦੇ ਇੱਕ ਮੁਖਲਸ ਖਾਂ ਨੇ ਪਾਤਸ਼ਾਹ ਦੀ ਤਫਰੀਹ ਤੇ ਸ਼ੈਰੋ ਸ਼ਿਕਾਰ ਲਈ ਇਸ ਨਿਵੇਕਲੀ ਥਾਂ ਤੇ ਜੋ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸੀ ਇਹ ਇਮਾਰਤ ਬਣਾਈ ਸੀ। ਸ਼ਾਹਜਹਾਨ ਸਾਲ ਵਿੱਚ ਇੱਕ ਅੱਧੀ ਵਾਰ ਆ ਕੇ ਠਹਿਰਦਾ ਤੇ ਫਿਰ ਵਾਪਸ ਦਿੱਲੀ ਚਲਿਆ ਜਾਂਦਾ। ਮੁਖਲਸ ਖਾਂ ਦੀ ਸੇਵਾ ਦੀ ਯਾਦ ਵਿੱਚ ਇਸ ਥਾਂ ਦਾ ਨਾਂ ਮੁਖਲਸਗੜ੍ਹ ਰੱਖਿਆ ਗਿਆ ਸੀ। ਬੰਦਾ ਸਿੰਘ ਨੇ ਜਦ ਇਸ ਥਾਂ ਨੂੰ ਆਪਣੀ ਰਾਜਧਾਨੀ ਲਈ ਚੁਣਿਆ ਤਾਂ ਪਹਿਲਾ ਨਾਮ ਬਦਲ ਕੇ ਇਸ ਦਾ ਨਾਮ ਲੋਹਗੜ੍ਹ ਰੱਖ ਦਿੱਤਾ। ਯਾਦ ਰਹੇ ਕਿ ਇਸ ਵੇਲੇ ਉੱਥੇ ਕਿਲੇ ਨਾਮ ਦੀ ਕੋਈ ਸ਼ੈ ਮੌਜੂਦ ਨਹੀਂ, ਸਭ ਕੁਝ ਸਫਨ ਸਫਾ ਹੋ ਚੁੱਕਿਆ ਹੈ। ਇਸ ਨਿੱਕੀ ਜਿਹੀ ਗੜੀ ਵਿੱਚ ਬੰਦਾ ਸਿੰਘ ਬਹੁਤਾ ਰਸਤ ਪੱਠਾ ਤੇ ਹੋਰ ਜੰਗੀ ਸਾਮਾਨ ਨਹੀਂ ਸੀ ਜਮ੍ਹਾਂ ਕਰ ਸਕਦਾ। ਜਮ੍ਹਾਂ ਕਰਨ ਲਈ ਇੰਨੀ ਇੱਥੇ ਥਾਂ ਨਹੀਂ ਸੀ। ਖਾਫੀ ਖਾਂ ਲਿਖਦਾ ਹੈ, ਸ਼ਾਹੀ ਫੌਜ ਨੂੰ ਰਸਤ ਪੱਠਾ ਲਿਆ ਕੇ ਦੇਣ ਵਾਲੇ ਠੇਕੇਦਾਰਾਂ ਪਾਸੋਂ ਜਿੰਨਾ ਹੋ ਸਕਿਆ ਸਿੱਖਾਂ ਨੇ ਚੋਰੀ ਛਿਪੀ ਖਰੀਦ ਲਿਆ ਤੇ ਰੱਸਿਆਂ ਨਾਲ ਖਿੱਚ ਕੇ ਕਿਲੇ ਅੰਦਰ ਲੈ ਗਏ। ਭੁੱਖ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਵੱਡੇ ਭਗਤ ਵੀ ਭੁੱਖੋਂ ਆਤਰ ਹੋ ਕੇ ਮਾਲਾ ਪਰੇ ਭੁਆਂ ਮਾਰਦੇ ਹਨ ਅਤੇ ਰੱਬ ਨੂੰ ਨਿਹੋਰੇ ਤਾਨੇ ਦੇਣ ਲੱਗ ਪੈਂਦੇ ਹਨ। ਇਸ ਮੁਸੀਬਤ ਦਾ ਬੰਦਾ ਸਿੰਘ ਪਾਸ ਵੀ ਕੋਈ ਤੋੜ ਨਹੀਂ ਸੀ। ਫੈਸਲਾ ਹੋਇਆ ਕਿ ਬੰਦਾ ਸਿੰਘ 10-11 ਦਸੰਬਰ ਦੀ ਦਰਮਿਆਨੀ ਰਾਤ ਬਚ ਕੇ ਨਿਕਲ ਜਾਵੇ ਤੇ ਫਿਰ ਨਵੇਂ ਸਿਰਿਓਂ ਸਿੰਘਾਂ ਨੂੰ ਇਕੱਠਾ ਕਰਕੇ ਸਰਕਾਰ ਨੂੰ ਅਗਲੀ ਕਰਾਰੀ ਸੱਟ ਮਾਰੇ। ਇਸ ਵੇਲੇ ਬੰਦਾ ਸਿੰਘ ਦੀਆਂ ਸਿੰਘਾਂ ਵਿੱਚ ਇੱਕ ਗੁਲਾਬ ਸਿੰਘ ਨਾਮੇ ਸਿੱਖ ਸੀ ਜੋ ਸਿੰਘ ਸੱਜਣ ਤੋਂ ਪਹਿਲਾਂ ਬਕਾਲ ਦਾ ਕੰਮ ਕਰਦਾ ਸੀ। ਇਸ ਦੀ ਸ਼ਕਲ ਸੂਰਤ ਬੰਦਾ ਸਿੰਘ ਨਾਲ ਬਹੁਤ ਜ਼ਿਆਦਾ ਮਿਲਦੀ ਸੀ। ਉਸ ਨੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ। ਬੰਦਾ ਸਿੰਘ ਵਾਲੇ ਕੱਪੜੇ ਪਾ ਕੇ ਉਹ ਉਸ ਦੇ ਆਸਣ ਤੇ ਬੈਠ ਗਿਆ। 10 ਦਸੰਬਰ 1710 ਈਸਵੀ ਰਾਤ ਨੂੰ ਸਿੰਘਾਂ ਨੇ ਇੱਕ ਇਮਲੀ ਦੇ ਸੁੱਕੇ ਹੋਏ ਰੁੱਖ ਦੇ ਵੱਡੇ ਸਾਰੇ ਤਣੇ ਵਿੱਚ ਬਹੁਤ ਸਾਰਾ ਬਰੂਦ ਭਰ ਦਿੱਤਾ। ਇਹ ਖਾਲੀ ਤਣਾ ਕਿਲੇ ਤੋਂ ਬਾਹਰ ਵਾਹਵਾ ਥੱਲੇ ਪਹਾੜੀ ਦੀ ਵੱਖੀ ਦੇ ਨਾਲ ਪਿਆ ਹੋਇਆ ਸੀ। ਕਿਲੇ ਅੰਦਰਲੀਆਂ ਤੋਪਾਂ ਨੂੰ ਵੀ ਭਰ ਕੇ ਤਿਆਰ ਕਰ ਲਿਆ ਗਿਆ ਤਾਂ ਕਿ ਇੱਕੋ ਵਾਰੀ ਹੀ ਦਾਗੀਆਂ ਜਾਣ। ਜਦ 11 ਦਸੰਬਰ 3 ਵਜੇ ਸਵੇਰੇ ਬਰੂਦ ਨੂੰ ਪਲੀਤਾ ਦਿੱਤਾ ਤਾਂ ਉਸ ਦਰਖਤ ਦੇ ਪਰ ਖੱਚੇ ਉੱਡ ਗਏ। ਪਹਾੜਾਂ ਨੂੰ ਕੰਬਾ ਦੇਣ ਵਾਲਾ ਖੜਾਕ ਹੋਇਆ। ਫਿਰ ਨਾਲ ਹੀ ਕਿਲੇ ਵਾਲੀਆਂ ਤੋਪਾਂ ਦਾਗੀਆਂ ਤੇ ਧੜ-ਧੜ ਦੀ ਆਵਾਜ਼ ਨੇ ਪਹਾੜ ਹਿਲਾ ਦਿੱਤੇ ਅਤੇ ਆਕਾਸ਼ ਗੂੰਜ ਉੱਠਿਆ। ਹੇਠਾਂ ਸ਼ਾਹੀ ਸੈਨਾ ਨੇ ਸਮਝਿਆ ਕਿ ਸ਼ਾਇਦ ਬੰਦਾ ਸਿੰਘ ਨੇ ਆਪਣੀ ਕਰਾਮਾਤ ਨਾਲ ਪਹਾੜ ਹੀ ਉਹਨਾਂ ਦੇ ਸਿਰ ਉੱਤੇ ਉਖੇੜ ਕੇ ਸੁੱਟ ਦਿੱਤਾ ਹੈ। ਮੁਗਲ ਕੈਂਪ ਵਿੱਚ ਹਫੜਾ ਤਫੜੀ ਮਚ ਗਈ। ਸਾਰੇ ਪੈਰਾਂ ਤੋਂ ਹਿੱਲ ਗਏ। ਕੋਈ ਕਿਸ ਪਾਸੇ ਕੋਈ ਕਿਸੇ ਪਾਸੇ ਨੱਠ ਤੁਰਿਆ। ਹਰ ਕੋਈ ਸਮਝੇ ਕਿ ਮੈਨੂੰ ਅੱਲਾ ਨੇ ਬਚਾ ਲਿਆ ਹੈ। ਦੂਸਰਾ ਪਹਾੜ ਡਿੱਗਣ ਤੋਂ ਪਹਿਲਾਂ ਹਰ ਕੋਈ ਦੂਰ ਹਟ ਜਾਣਾ ਚਾਹੁੰਦਾ ਸੀ। ਬੜੇ ਵੱਡੇ ਧਮਾਕੇ ਸਨ। ਥੱਲੇ ਲੋਕਾਂ ਦੇ ਦਿਲ ਵਸ ਵਿੱਚ ਨਹੀਂ ਸਨ ਆ ਰਹੇ। ਇਸ ਭਗਦੜ ਤੇ ਪਰੇਸ਼ਾਨੀ ਦਾ ਫਾਇਦਾ ਉਠਾ ਕੇ ਬੰਦਾ ਸਿੰਘ ਆਪਣੇ ਕੁਝ ਸਾਥੀਆਂ ਨਾਲ ਨਾਂਹ ਦੀਆਂ ਪਹਾੜੀਆਂ ਵਿੱਚ ਗਾਇਬ ਹੋ ਗਿਆ। ਬੰਦਾ ਸਿੰਘ ਸਿਰਮੌਰ ਰਿਆਸਤ ਵਿੱਚ ਆ ਗਿਆ। ਇੱਥੇ ਰੁਕਿਆ ਨਹੀਂ, ਸਿਰਮੌਰੋਂ ਸਿੱਧਾ ਤੁਰਿਆ ਤੇ ਸ਼ਿਵਾਲਕ ਦੀਆਂ ਪਹਾੜੀਆਂ ਦੀ ਵੱਖੀਓ ਵੱਖੀ ਚੱਲਦਾ ਹੋਇਆ ਹਿੰਡੂਰੋਂ ਲੰਘਦਾ ਨਾਲਾਗੜ੍ਹ, ਕਹਿਲੂਰ, ਬਿਲਾਸਪੁਰ, ਕੁਟਲਹਿਰ, ਜਸਵਾਨ, ਸਿੱਬਾ ਹੁੰਦਾ ਹੋਇਆ ਚੰਬੇ ਆਣ ਪੜਾ ਕੀਤਾ। ਸ਼ਾਹੀ ਫੌਜ ਨੂੰ ਬੜੀ ਦੇਰ ਬਾਅਦ ਸੋਝੀ ਆਈ ਕਿ ਬੰਦਾ ਸਿੰਘ ਉਹਨਾਂ ਉੱਤੇ ਕਿਸ ਕਿਸਮ ਦਾ ਪਹਾੜ ਸੁੱਟ ਗਿਆ ਸੀ। ਏਡੇ ਵੱਡੇ ਪੱਕੇ ਪਿੰਡੇ ਘੇਰੇ ਵਿੱਚੋਂ ਨਿਕਲ ਜਾਣਾ ਬੰਦਾ ਸਿੰਘ ਬਹਾਦਰ ਦੀ ਬੜੀ ਵੱਡੀ ਜਿੱਤ ਸੀ। ਸ਼ਾਇਦ ਇਹੋ ਨਾਕਾਮਯਾਬੀ ਬਾਦਸ਼ਾਹ ਦੇ ਪਾਗਲ ਹੋ ਜਾਣ ਦੇ ਕਾਰਨਾਂ ਚੋਂ ਇੱਕ ਵੱਡਾ ਕਾਰਨ ਬਣੀ।
ਸ਼ਾਹੀ ਫੌਜ ਦਾ ਲੋਹਗੜ੍ਹ ਤੇ ਕਬਜ਼ਾ। ਗੈਰ ਮੁਸਲਮਾਨ ਲਖਾਰੀ ਇਸ ਬਾਰੇ ਕੁਝ ਦਲੀਲਾਂ ਕਾਇਮ ਕਰਦੇ ਹਨ ਜੋ ਮੌਕੇ ਦੇ ਗਵਾਹਾਂ ਵੱਲੋਂ ਨਾ ਹੋਣ ਕਰਕੇ ਮਨ ਵਿੱਚ ਖੁੱਭਦੀਆਂ ਨੇ। ਮੁਸਲਮਾਨ ਇਤਿਹਾਸਕਾਰ, ਜਿਨ੍ਹਾਂ ਵਿੱਚੋਂ ਕੁਝ ਸਮਕਾਲੀ ਹਨ ਤੇ ਘੇਰੇ ਸਮੇਂ ਫੌਜ ਵਿੱਚ ਸ਼ਾਮਲ ਸਨ, ਵੀ ਬੰਦਾ ਸਿੰਘ ਦੇ ਬਚ ਕੇ ਨਿਕਲ ਜਾਣ ਬਾਰੇ ਵੱਖ-ਵੱਖ ਕਹਾਣੀ ਦੱਸਦੇ ਹਨ। ਕਾਫੀ ਖਾਨ ਦੀ ਮੁਨਤਖਬੁਲ ਲਬਾਬ ਵਿੱਚ ਲਿਖਦਾ ਹੈ ਕਿ ਇੱਕ ਦਿਨ ਬੰਦੇ ਨੇ ਦਿਨ ਦੀਵੀਂ ਹੀ ਕਿਲਾ ਘੇਰੀ ਖਲੋਤੀ ਫੌਜ ਦੀ ਇੱਕ ਕਮਜ਼ੋਰੀ ਬਾਹੀ ਤੇ ਬੜੀ ਫੁਰਤੀ ਨਾਲ ਜ਼ੋਰ ਦਾ ਹੱਲਾ ਕੀਤਾ। ਫੌਜ ਵਿੱਚ ਹਫਰਾ ਤਫਰੀ ਪੈ ਗਈ ਤੇ ਉਹ ਚੀਰ ਕੇ ਵਿੱਚ ਦੀ ਨਿਕਲ ਗਿਆ ਤੇ ਪਹਾੜਾਂ ਵੱਲ ਨੱਠ ਗਿਆ ਤੇ ਫੌਜ ਫੜ ਨਾ ਸਕੀ। ਮੁਹੰਮਦ ਕਾਸਿਮ ਲਿਖਦਾ ਹੈ ਕਿ ਸ਼ਾਹੀ ਫੌਜ ਦੇ ਕੁਝ ਆਦਮੀ ਬੰਦੇ ਨਾਲ ਰਲ ਗਏ ਤੇ ਉਹ ਦਿਲੋਂ ਚਾਹੁੰਦੇ ਸਨ ਕਿ ਬੰਦਾ ਬਚ ਕੇ ਨਿਕਲ ਜਾਵੇ। ਉਹਨਾਂ ਨੇ ਹੋਰਨਾਂ ਨੂੰ ਪਤਾ ਲੱਗਣ ਤੋਂ ਬਿਨਾਂ ਹੀ ਉਸ ਨੂੰ ਇੱਕ ਲੁਕਵੇਂ ਰਾਹ ਥਾਣੀ ਫੌਜ ਦੇ ਘੇਰੇ ਵਿੱਚੋਂ ਬਾਹਰ ਕਰ ਦਿੱਤਾ। ਅਰਾਦਤ ਖਾਂ ਲਿਖਦਾ ਹੈ ਕਿ ਬੰਦਾ ਇਕੱਲਾ ਹੀ ਰਾਤ ਸਮੇਂ ਮੁਗਲ ਸੈਨਿਕ ਦਾ ਭੇਸ ਵਟਾ ਕੇ ਨਿਕਲ ਗਿਆ। ਸਾਰੇ ਹਾਲਾਤ ਨੂੰ ਮੁੱਖ ਰੱਖਦਿਆਂ ਗੌਰ ਕੀਤਿਆਂ ਸਾਫ਼ ਪਤਾ ਲੱਗਦਾ ਹੈ ਕਿ ਕਾਫੀ ਖਾਂ ਅਸਲੀਅਤ ਤੋਂ ਦੂਰ ਦੀ ਗੱਲ ਕਰਦਾ ਹੈ ਤੇ ਬੰਦਾ ਸਿੰਘ ਦੇ ਭੱਜ ਨਿਕਲਣ ਦੀ ਸਹੀ ਸਾਖੀ ਉਹ ਜਾਪਦੀ ਹੈ ਜੋ ਮੁਹੰਮਦ ਕਾਸਿਮ ਨੇ ਦੱਸੀ ਹੈ। ਬੰਦਾ ਸਿੰਘ ਦੇ ਸਿੰਘਾਂ ਨੇ ਫੌਜ ਦੀ ਆਪਣੇ ਛਪੌਲਾਂ ਨਾਲ ਜਾਨ ਲੱਭਾਂ ਤੇ ਲਿਆਂਦੀ ਹੋਈ ਸੀ। ਰੋਜ਼ ਬੰਦਿਆਂ ਦਾ ਨੁਕਸਾਨ ਹੋ ਰਿਹਾ ਸੀ ਤੇ ਫੌਜ ਵਿੱਚ ਬੇਦਿਲੀ ਛਾਈ ਜਾ ਰਹੀ ਸੀ। ਸਾਰੇ ਅਮੀਰ ਵਜ਼ੀਰ ਇਹ ਚਾਹੁੰਦੇ ਸਨ ਕਿ ਇਸ ਦੋਜ਼ਖ ਦੇ ਅਜ਼ਾਬ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ। ਇਸ ਦਾ ਇੱਕ ਹੀ ਸਿੱਧਾ ਰਾਹ ਸੀ ਕਿ ਬੰਦਾ ਸਿੰਘ ਕਿਲਾ ਛੱਡ ਕੇ ਕਿਧਰੇ ਚਲਾ ਜਾਵੇ ਤੇ ਇਸ ਮੁਹਿੰਮ ਦਾ ਅੰਤ ਹੋ ਜਾਵੇ। ਉਹਨਾਂ ਦੇ ਹੱਥ ਵਿੱਚ ਇੱਕ ਸੁਨਹਿਰੀ ਮੌਕਾ ਹੋਰ ਵੀ ਸੀ ਜਿਸ ਨੂੰ ਉਹ ਅਜਾਈਂ ਨਹੀਂ ਸਨ ਜਾਣ ਦੇਣਾ ਚਾਹੁੰਦੇ। ਉਹਨਾਂ ਵੇਖਿਆ ਕਿ ਖਾਨਾ ਨੇ ਹੁਕਮ ਅਦੂਲੀ ਕੀਤੀ ਹੈ। ਬਾਦਸ਼ਾਹ ਦੀ ਆਗਿਆ ਦੀ ਉਲੰਘਣਾ ਕਰਕੇ ਆਪਣੀ ਭੱਲ ਬਣਾਉਣ ਲਈ ਕਿਲੇ ਉੱਤੇ ਹਮਲਾ ਕਰ ਦਿੱਤਾ ਹੈ। ਜੇਕਰ ਕਿਲਾ ਫਤਿਹ ਹੋ ਗਿਆ ਤਾਂ ਇਸ ਦੀ ਬੜੀ ਚੜ੍ਹ ਮਚੂਗੀ ਤੇ ਕਈ ਪ੍ਰਕਾਰ ਦੀਆਂ ਗੱਲਾਂ ਬਣਾ ਕੇ ਇਹ ਵਜ਼ੀਰ ਬਾਦਸ਼ਾਹ ਨੂੰ ਹੱਥਾਂ ਤੇ ਪਾ ਲਵੇਗਾ। ਬਾਦਸ਼ਾਹ ਇਸ ਮਗਰ ਲੱਗੂ ਤੇ ਸਾਡਾ ਕੋਈ ਰਸੂਖ ਨਹੀਂ ਰਹਿਣਾ। ਪਰ ਜੇ ਕਿਤੇ ਬੰਦਾ ਸਿੰਘ ਬਚ ਕੇ ਕਿਲੇ ਚੋਂ ਕਿਧਰੇ ਨਿਕਲ ਜਾਵੇ ਅਤੇ ਇਸ ਤਰ੍ਹਾਂ ਇਹ ਮੁਹਿੰਮ ਨਾਕਾਮ ਹੋ ਜਾਵੇ, ਤਦ ਤਾਂ ਖਾਨਾ ਵੱਲੋਂ ਕੀਤੀ ਪਹਿਲੀ ਹੁਕਮ ਅਦੂਲੀ ਦੇ ਕਾਰਨ ਬਾਦਸ਼ਾਹ ਦੇ ਗੁੱਸੇ ਦੀ ਅੱਗ ਦੂਣੀ ਭੜਕੂ, ਵਜ਼ੀਰ ਦਾ ਵਕਾਰ ਮਿੱਟੀ 'ਚ ਮਿਲੂ, ਦਰਬਾਰ ਵਿੱਚ ਇਸ ਦੇ ਪੈਰ ਨਹੀਂ ਲੱਗ ਸਕਣਗੇ ਅਤੇ ਸਾਨੂੰ ਬਦਲਾ ਲੈਣ ਦਾ ਚੰਗਾ ਮੌਕਾ ਮਿਲੂ। ਬੰਦਾ ਸਿੰਘ ਨੇ ਇੱਥੋਂ ਨਿਕਲ ਕੇ ਕਿਹੜਾ ਤੀਰਥ ਯਾਤਰਾ ਲਈ ਚਲੇ ਜਾਣਾ। ਫਿਰ ਸ਼ਾਹੀ ਨੂੰ ਵੰਗਾਰੂ, ਬਾਦਸ਼ਾਹ ਮਗਰ ਪਊ, ਕੰਮ ਮਘਿਆ ਰਹੂ ਤੇ ਸਾਡਾ ਮੁੱਲ ਪਊ। ਬੰਦਾ ਸਿੰਘ ਤਾਂ ਬਾਦਸ਼ਾਹ ਸਲਾਮ ਤੇ ਕਾਬੂ ਆਉਣਾ ਹੀ ਨਹੀਂ, ਵਜ਼ੀਰ ਗੁੱਠੇ ਲੱਗ ਜਾਊ। ਫਿਰ ਜਿਵੇਂ ਅਸੀਂ ਚਾਹਾਂਗੇ ਤਿਵੇਂ ਹੋ। ਇਹ ਸੀ ਹਾਲਤ ਉਸ ਵੇਲੇ ਮੁਗਲ ਅਮੀਰਾਂ ਵਜ਼ੀਰਾਂ ਦੀ ਪਿਆਲੇ ਭਰ ਪੀਣ ਲਈ ਜ਼ਹਿਰ ਇਕੱਠਾ ਕਰ ਰਹੇ ਸਨ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 7ਵਾਂ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।